ਆਸਟ੍ਰੇਲੀਆ ਦੀ ਗੱਲ ਕਰੋ, ਆਸਟ੍ਰੇਲੀਆ ਦੇ ਵੀਜ਼ੇ ਆਉਣ ਲੱਗ ਗਏ। ਤਾਂ ਵੀਜ਼ੇ ਆਸਟ੍ਰੇਲੀਆ ਦੇ ਆ ਰਹੇ हैं, यूके ਦੇ ਵੀਜ਼ੇ ਆਉਣੇ ਸ਼ੁਰੂ ਹੋ ਗਏ हैं, ਬਟ ਕੈਨੇਡਾ ਦੇ ਹਾਲੇ ਵੀਜ਼ੇ ਨਹੀਂ ਆਏ, ਰਿਜ਼ਲਟ ਆਉਣੇ ਸ਼ੁਰੂ ਹੋ ਗਏ। ਕਈ ਏਜੰਟਸ ਤਾਂ ਇਹ ਕਹਿ ਰਹੇ ਨੇ, ਦਾਅਵਾ ਕਰ ਰਹੇ ਨੇ ਕਿ ਕੈਨੇਡਾ ਦੇ ਵੀਜ਼ੇ ਆ ਗਏ ਨੇ, ਉਹਨਾਂ ਦੇ ਕੋਲ ਆ ਗਏ ਨੇ ਤੇ ਬਾਕੀ ਕੰਟਰੀਆਂ ਦੇ ਵੀ ਆਣੇ ਸ਼ੁਰੂ ਹੋ ਗਏ ਨੇ। ਤੁਸੀਂ ਵੀ ਕਹਿ ਰਹੇ ਹੋ ਕਿ ਆਣੇ ਸ਼ੁਰੂ ਹੋ ਗਏ ਨੇ, ਆਸਟ੍ਰੇਲੀਆ ਦੇ ਆ ਗਏ ਨੇ। ਤੁਸੀਂ ਤਾਂ ਨਹੀਂ ਉਹਨਾਂ ਵਾਂਗ ਹਵਾ 'ਚ ਹੀ ਆਪਣੀਆਂ ਗੱਲਾਂ ਮਾਰ ਰਹੇ, ਕਿਉਂਕਿ ਕਿਸੇ ਨੇ ਦਿਖਾਇਆ ਨਹੀਂ ਹੈ ਤਾਂ ਕੋਈ ਵੀਜ਼ਾ ਆ ਗਿਆ। ਆਸਟ੍ਰੇਲੀਆ ਦੀ ਗੱਲ ਕਰੀਏ, ਇਹ ਸਾਡੇ 2 ਜਿਹੜੇ ਵੀਜ਼ੇ ਹੈ ਗ੍ਰਾਂਟ ਹੋਏ ਆਸਟ੍ਰੇਲੀਆ ਦੇ। ਜਿਹੜੇ ਸਟੂਡੈਂਟ ਕੈਨੇਡਾ ਦੀ ਗੱਲ ਕਰੋ, ਕੈਨੇਡਾ ਹਾਈ ਕਮਿਸ਼ਨ ਤੋਂ ਸਟੂਡੈਂਟ ਦੀ ਰਿਕੁਆਇਰਮੈਂਟਸ ਆਉਣ ਲੱਗ ਗਈਆਂ ਕਿ ਤੁਸੀਂ ਆਪਣੀ ਡੈਫਰ ਲੈਟਰ ਦਿਓ ਤੇ ਨਾਲ ਆਪਣੇ ਡਾਕੂਮੈਂਟ ਸਬਮਿਟ ਕਰੋ। ਔਰ ਅਗਰ ਆਪਾਂ ਯੂਕੇ ਦੀ ਗੱਲ ਕਰੋ ਤਾਂ ਯੂਕੇ ਦਾ ਸਾਨੂੰ ਕੈਸ਼ ਲੈਟਰ ਆ ਗਿਆ। ਤਾਂ ਇਹ ਜਿਹੜੀ ਚੀਜ਼ ਹੈ ਇਹ ਕਲੀਅਰ ਕੱਟ ਕਹਿ ਰਹੀ ਹੈ ਕਿ ਸਾਡੇ ਕੋਲ ਚੀਜ਼ਾਂ ਆ ਗਈਆਂ। ਇਹ ਨਹੀਂ ਕਿ ਮੈਂ ਟੀਵੀ ਤੇ ਜਾਂ ਕਿਸੇ ਆਪਣੇ ਫੇਸਬੁੱਕ ਲਾਈਵ ਸੈਸ਼ਨ ਤੇ ਗੱਲ ਕਹਿ ਦਵਾਂ, ਦੇਖੋ ਜੀ ਮੇਰੇ ਰਿਜ਼ਲਟ ਆ ਗਏ ਆ ਜੀ, ਮੈਂ ਤੁਹਾਨੂੰ ਬਹੁਤ ਜਲਦੀ ਦਿਖਾਊਂਗਾ। ਕਿਉਂ ਫਿਰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ? ਦੇਖੋ ਖਿਲਵਾੜ ਗਲਤ ਹੈ ਕਿ ਹਰ ਜਗ੍ਹਾ ਦੇ ਵਿੱਚ ਹਰ ਟ੍ਰੇਡ ਵੀ ਕੁਝ ਲੋਕ ਇੱਦਾਂ ਦੇ ਹੁੰਦੇ ਜਿਨ੍ਹਾਂ ਦਾ ਸਿਰਫ ਵਪਾਰ ਕਰਨਾ ਹੀ ਮਕਸਦ ਹੈ। ਪੈਕੇਜ ਸਿਸਟਮ ਅੱਜ ਕੱਲ੍ਹ ਬਹੁਤ ਚੱਲ ਰਿਹਾ ਕਿ ਤੁਸੀਂ ਇੰਨੇ ਲੱਖ ਦਿਓ ਤੇ ਇੰਨੇ 'ਚ ਤੁਸੀਂ ਬਾਹਰ ਚੱਲ ਜਾਓਗੇ, ਤੁਹਾਡੀ ਇਸ ਦੇ ਵਿੱਚ ਫੀਸ ਹੈ, ਤੁਹਾਡੀ ਐਮਬੈਸੀ ਫੀਸ ਹੈ, ਸਾਰਾ ਕੁਛ। ਪੈਕੇਜ ਸਿਸਟਮ ਕੀ ਹੈ? ਕਈ ਬੱਚੇ ਇੱਦਾਂ ਦੇ ਜਿਨ੍ਹਾਂ ਨੇ ਡਿਲਿੰਗੋ ਵੀ ਕਰ ਲਈ, ਫਾਈਲ ਵੀ ਐਮਬੈਸੀ ਤੱਕ ਪਹੁੰਚਾਤੀ, ਤਾਂ ਜੋ ਡਰੇ ਪਏ ਸਾਡਾ ਬਣੂ। ਔਰ ਉਹਨਾਂ ਸਟੂਡੈਂਟਸ ਨੂੰ ਹੁਣ ਹਾਈ ਕਮਿਸ਼ਨ ਆਈਲੈਟਸ ਦੀ ਰਿਕੁਆਇਰਮੈਂਟ ਕਹੇਗਾ। ਹੁਣ ਟੀਵੀ ਤੇ ਐਡ ਆ ਰਹੀ ਹੈ ਜੀ 7 ਲੱਖ ਰੁਪਏ 'ਚ ਯੂਕੇ ਜਾਓ, 2,50,000 ਰੁਪਏ 'ਚ ਯੂਕੇ ਜਾਓ, 3.5 ਲੱਖ 'ਚ ਕੈਨੇਡਾ ਜਾਓ। ਉਸਦੇ ਬਾਕੀ ਚੀਜ਼ਾਂ ਕੌਣ ਕਰੇਗਾ? ਤਾਂ ਜਿਹੜੀ ਪੈਕੇਜ ਸਿਸਟਮ ਹੈ ਉਹ ਕਿਤੇ ਨਾ ਕਿਤੇ ਸਹੀ ਹੈ, ਪਰ ਅਗਰ ਬੱਚਾ ਸਹੀ ਤਰ੍ਹਾਂ ਉਸ ਚੀਜ਼ ਨੂੰ ਅਡਾਪਟ ਕਰੇ ਤਾਂ। ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਜਿਸ ਮੌਕੇ ਦਾ ਇੰਤਜ਼ਾਰ ਸੀ ਉਹ ਮੌਕਾ ਆ ਗਿਆ। ਹੁਣ ਵਿਦੇਸ਼ ਦੇ ਵਿਦਿਆਰਥੀਆਂ ਦੇ ਵੀਜ਼ੇ ਜਿਹੜੇ ਨੇ ਉਹਨਾਂ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ। ਕਾਫੀ ਲੰਬੇ ਸਮੇਂ ਤੋਂ ਲੋਕਡਾਊਨ ਕਾਰਨ ਵਿਦਿਆਰਥੀ ਕਨਫਿਊਜ਼ਨ ਦੇ ਵਿੱਚ ਸੀ, ਡਰੇ ਹੋਏ ਸੀ ਕਿ ਉਹਨਾਂ ਦਾ ਭਵਿੱਖ ਦਾ ਹੁਣ ਕੀ ਬਣੇਗਾ, ਉਹ ਬਾਹਰ ਜਾ ਪਾਉਣਗੇ ਜਾਂ ਨਹੀਂ। ਪਰ ਹੁਣ ਲੋਕਡਾਊਨ ਤੋਂ ਬਾਅਦ ਜਦੋਂ ਅਨਲੌਕ ਦੀਆਂ ਗਾਈਡਲਾਈਨਸ ਸ਼ੁਰੂ ਹੋਈਆਂ ਨੇ ਤਾਂ ਬਾਹਰ ਦੀਆਂ ਕੰਟਰੀਜ਼ ਨੇ ਹੁਣ ਰਿਜ਼ਲਟ ਉਹਨਾਂ ਨੂੰ ਦੇਣੇ, ਉਹਨਾਂ ਦੇ ਫਾਈਲ ਦੇ ਸ਼ੁਰੂ ਕਰ ਦਿੱਤੇ ਨੇ। ਕਿਹੜੀ ਕੰਟਰੀਜ਼ ਦੇ ਰਿਜ਼ਲਟ ਆਉਣੇ ਸ਼ੁਰੂ ਹੋਏ ਨੇ ਉਸ 'ਤੇ ਹੀ ਆਪਾਂ ਗੱਲਬਾਤ ਕਰਾਂਗੇ ਵਿਜ਼ਨ ਗਰੁੱਪ ਤੋਂ ਹਨੀਸ਼ ਉੱਪਲ ਜੀ ਦੇ ਨਾਲ। ਸਾਰੀ ਗੱਲਾਂ 'ਤੇ ਵਿਚਾਰ ਚਰਚਾ ਵੀ ਕਰਾਂਗੇ ਕਿ ਕਿਸ ਤਰ੍ਹਾਂ ਹੁਣ ਬੱਚੇ ਬਾਹਰ ਜਾਣ, ਕਿਸ ਤਰ੍ਹਾਂ ਕਿਹੜੀ ਕੰਟਰੀਜ਼ ਦੇ ਰਿਜ਼ਲਟ ਆ ਰਹੇ ਨੇ ਤੇ ਅੱਗੇ ਹੁਣ ਬੱਚਿਆਂ ਦਾ ਫਿਊਚਰ ਕੀ ਹੈ। ਹਨੀਸ਼ ਜੀ, ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਰ, ਤੁਸੀਂ ਦੱਸਿਆ ਕਿ ਜਿਸ ਤਰ੍ਹਾਂ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ, ਕਿਹੜੀਆਂ ਕੰਟਰੀਜ਼ ਦੇ ਜਿਹੜੇ ਨੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ? ਦੇਖੋ ਹੁਣ ਦੀ ਅਗਰ ਗੱਲ ਕਰੋ ਤਾਂ ਰਾਈਟ ਨਾ ਉਹਦਾ ਅਪਡੇਸ਼ਨ ਹੀ ਹੈ ਕਿ ਕੈਨੇਡਾ ਨੇ ਵੀ ਰਿਜ਼ਲਟ देने शुरू करते हैं, ऑस्ट्रेलिया ਦੇ ਵੀ ਰਿਜ਼ਲਟ ਆ ਰਹੇ हैं और यूके ਦੇ ਵੀ ਰਿਜ਼ਲਟ ਆ ਰਹੇ हैं। ਤਾਂ ਤਿੰਨੋਂ ਕੰਟਰੀਜ਼ ਜਿਹੜੀਆਂ ਬੈਕ ਟੂ ਬੈਕ ਕੋਈ ਨਾ ਕੋਈ ਅਪਡੇਸ਼ਨ ਕਰੀ ਜਾ ਰਹੀਆਂ। ਤਾਂ ਇੱਥੇ ਆਪਾਂ ਗੱਲ ਕਰੀਏ ਰਿਜ਼ਲਟ ਆ ਰਹੇ ਨੇ ਕਿ ਵੀਜ਼ੇ ਆ ਰਹੇ ਨੇ? ਦੇਖੋ ਅਗਰ ਆਪਾਂ ਗੱਲ ਕਰੋ ਆਸਟ੍ਰੇਲੀਆ ਦੀ ਤਾਂ ਆਸਟ੍ਰੇਲੀਆ ਦਾ ਵੀਜ਼ੇ ਆਉਣੇ ਸ਼ੁਰੂ ਹੋ ਗਏ ਹੈ। ਆਸਟ੍ਰੇਲੀਆ ਦੇ ਕੰਟੀਨਿਊਸ ਵੀਜ਼ੇ ਆਏ ਹੈ। ਯੂਕੇ ਦੀ ਗੱਲ ਕਰੋ ਤਾਂ ਯੂਕੇ ਦੇ ਵਿੱਚ ਜਿਹੜੇ ਹੈ ਫਾਈਲਾਂ 6 ਤਰੀਕ ਤੋਂ ਲੱਗਣੀਆਂ ਸ਼ੁਰੂ ਹੋਈਆਂ ਸੀਗੀਆਂ, ਕਿਉਂਕਿ ਉਸ ਹਿਸਾਬ ਨਾਲ ਜਿਨ੍ਹਾਂ ਦੀ ਫਾਈਲਾਂ 6 ਨੂੰ ਲੱਗੀਆਂ ਸੀ ਉਹਨਾਂ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਹੈ। ਜਿਨ੍ਹਾਂ ਦੀ ਫਾਈਲਾਂ 10 ਤਰੀਕ ਨੂੰ 12 ਨੂੰ ਲੱਗੀਆਂ ਸੀਗੀਆਂ ਉਹਨਾਂ ਦੇ ਰਿਜ਼ਲਟ ਆਉਣ ਵਾਲੇ ਹੋਰ ਇੱਕ ਹਫ਼ਤੇ 'ਚ ਆਉਣੇ ਸ਼ੁਰੂ ਹੋ ਜਾਣਗੇ। ਅਗਰ ਕੈਨੇਡਾ ਦੀ ਗੱਲ ਕਰੋ ਤਾਂ ਕੈਨੇਡਾ ਦੇ ਜਿਹੜੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਬਟ ਵੀਜ਼ੇ ਨਹੀਂ ਆਏ। ਰਿਜ਼ਲਟ ਦਾ ਮਤਲਬ ਇਹ ਹੈ ਕਿ ਜਿਹੜੀ ਫਾਈਲਾਂ ਲੱਗੀਆਂ ਸੀਗੀਆਂ ਸਟੇਜ 2 ਸਟੇਜ ਪ੍ਰੋਸੈਸ ਦੇ ਵਿੱਚ, ਉਹਨਾਂ ਦੇ ਵਿੱਚ ਹੁਣ ਹਾਈ ਕਮਿਸ਼ਨ ਨੇ ਜਿਹੜਾ ਹੈ ਰਿਕੁਆਇਰਮੈਂਟਸ ਕਰਨ ਲੱਗੇ। ਕੋਈ LOR ਮੰਗ ਰਿਹਾ ਹੈ, ਕਿਸੇ ਸਟੂਡੈਂਟ ਦਾ ਅਗਰ PT ਸਬਮਿਟ ਨਹੀਂ ਤਾਂ PT ਦੀ ਕਾਪੀ ਮੰਗ ਰਿਹਾ ਹੈ। ਆਈਲੈਟਸ ਦੇ ਉੱਤੇ ਫੋਕਸ ਕਰ, ਆਈਲੈਟਸ ਅਗਰ ਸਕੋਰ ਨਹੀਂ ਤਾਂ ਆਈਲੈਟਸ ਸਕੋਰ ਮੰਗ ਰਹੇ। ਤਾਂ ਉਹ ਡਾਕੂਮੈਂਟੇਸ਼ਨ ਜਿਹੜਾ ਪਾਰਟ ਹੈ ਕੈਨੇਡਾ ਨੇ ਹੁਣ ਕਾਫੀ ਜ਼ਿਆਦਾ ਪ੍ਰੋਸੈਸ ਫਾਸਟ ਕਿਤੇ ਨਾ ਕਿਤੇ ਸਟੂਡੈਂਟਸ ਵਾਸਤੇ ਰਾਹਤ ਦੀ ਗੱਲ ਹੈ ਜਿਹੜੀ ਉਹਨਾਂ ਦੇ ਫਾਈਲ ਦੀ ਕੋਈ ਅਪਡੇਸ਼ਨ ਨਹੀਂ ਸੀ, ਕੋਈ ਉਹਨਾਂ ਨੂੰ ਫੋਲੋ ਅਪ ਨਹੀਂ ਮਿਲ ਪਾ ਰਿਹਾ ਸੀਗਾ। ਹੁਣ ਕੈਨੇਡਾ ਐਮਬੈਸੀ ਨੇ ਜਾਂ ਹੋਰ ਜੋ ਐਮਬੈਸੀਆਂ ਨੇ ਉਹਨਾਂ ਨੇ ਆਪਣੀਆਂ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਬਿਲਕੁਲ। ਦੇਖੋ ਕੈਨੇਡਾ ਸਭ ਤੋਂ ਜ਼ਿਆਦਾ ਜਿਹੜਾ ਬੱਚਾ ਸੀ ਉਹ ਕੈਨੇਡਾ ਦਾ ਸੀਗਾ। ਕੈਨੇਡਾ ਦੀ ਜਿਹੜੀ ਫਾਈਲਾਂ ਹਾਈ ਕਮਿਸ਼ਨ ਦੇ ਵਿੱਚ ਲੱਗੀਆਂ ਸੀ ਲੋਕਡਾਊਨ ਦੇ ਵਿੱਚ ਜਾਂ ਲੋਕਡਾਊਨ ਦੇ ਬਾਅਦ ਪਹਿਲਾਂ ਲੱਗੀਆਂ ਸੀ ਜਾਂ ਜਿਹੜਾ ਨਵਾਂ 2 ਸਟੇਜ ਪ੍ਰੋਸੈਸ ਲੱਗੀਆਂ ਸੀ, ਉਹਨਾਂ ਵਿੱਚ ਬੱਚਿਆਂ ਨੂੰ ਕਨਫਿਊਜ਼ਨ ਸੀ ਕਿ ਹਾਈ ਕਮਿਸ਼ਨ ਜਵਾਬ ਦੇਗੀ ਨਹੀਂ ਦੇਗੀ। ਹੁਣ ਕੀ ਆ, ਹਾਈ ਕਮਿਸ਼ਨ ਜਿਹੜਾ ਉਹਨਾਂ ਦੀਆਂ ਰਿਕੁਆਇਰਮੈਂਟਸ ਕੰਪਲੀਟ ਕਰਨ ਲੱਗ ਗਿਆ। ਬਟ ਹਾਈ ਕਮਿਸ਼ਨ ਨੇ ਵੀਜ਼ਾ ਨਹੀਂ ਗ੍ਰਾਂਟ ਕੀਤੇ ਹਾਲੇ ਤੱਕ ਹਾਈ ਕਮਿਸ਼ਨ 2 ਸਟੇਜ ਪ੍ਰੋਸੈਸ ਸੀ। ਮੇਰੇ ਖਿਆਲ ਨਾਲ ਹਾਲੇ ਤੱਕ ਸ਼ਾਇਦ ਹੀ ਕਿਸੇ ਇੱਕ ਅੱਧੇ ਦਾ ਵੀਜ਼ਾ ਵੀ ਆਇਆ ਨਾ, ਕਿਉਂਕਿ ਕੋਈ ਇੱਦਾਂ ਦੀ ਨਿਊਜ਼ ਨਹੀਂ ਜਿਹਦੇ 'ਚ ਕੋਈ ਕਹਿ ਦੇਵੇ ਕਿ ਦਿਖਾ ਕੇ ਦੇਖੋ ਜੀ ਮੇਰਾ ਵੀਜ਼ਾ ਲੱਗ ਗਿਆ। ਯੂਕੇ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਹੈ ਔਰ ਬੱਚੇ ਜਿਨ੍ਹਾਂ ਨੇ ਆਪਣੀ ਫਾਈਲ ਪ੍ਰੋਸੈਸ ਕੀਤੀ ਸੀਗੀ, ਆਫਰ ਲੈਟਰ ਲੋਕਡਾਊਨ ਦੇ ਵਿੱਚ ਪ੍ਰੋਸੈਸ ਕੀਤਾ ਸੀ, ਉਹਨਾਂ ਦੇ ਹੁਣ ਕੈਸ਼ ਲੈਟਰ ਆਉਣ ਲੱਗ ਗਏ। ਸਾਡੇ ਬਹੁਤ ਸਾਰੇ ਸਟੂਡੈਂਟ ਦੇ ਕੈਸ਼ ਆਏ ਹੈ। ਆਸਟ੍ਰੇਲੀਆ ਦੀ ਗੱਲ ਕਰੋ, ਆਸਟ੍ਰੇਲੀਆ ਦੇ ਵੀਜ਼ੇ ਆਉਣ ਲੱਗ ਗਏ। ਤਾਂ ਵੀਜ਼ੇ ਆਸਟ੍ਰੇਲੀਆ ਦੇ ਆ ਰਹੇ ਹੈ,
यूके ਦੇ ਵੀਜ਼ੇ ਆਣੇ ਸ਼ੁਰੂ ਹੋ ਗਏ ਹੈ, ਬਟ ਕੈਨੇਡਾ ਦੇ ਹਾਲੇ ਵੀਜ਼ੇ ਨਹੀਂ ਆਏ, ਰਿਜ਼ਲਟ ਆਣੇ ਸ਼ੁਰੂ ਹੋ ਗਏ ਹੈ। ਕਈ ਏਜੰਟਸ ਤਾਂ ਇਹ ਕਹਿ ਰਹੇ ਨੇ, ਦਾਅਵਾ ਕਰ ਰਹੇ ਨੇ ਕਿ ਕੈਨੇਡਾ ਦੇ ਵੀਜ਼ੇ ਆ ਗਏ ਨੇ, ਉਹਨਾਂ ਦੇ ਕੋਲ ਆ ਗਏ ਨੇ ਤੇ ਬਾਕੀ ਕੰਟਰੀਆਂ ਦੇ ਵੀ ਆਣੇ ਸ਼ੁਰੂ ਹੋ ਗਏ ਨੇ। ਤੁਸੀਂ ਵੀ ਕਹਿ ਰਹੇ ਹੋ ਕਿ ਆਣੇ ਸ਼ੁਰੂ ਹੋ ਗਏ ਨੇ, ਆਸਟ੍ਰੇਲੀਆ ਦੇ ਆ ਗਏ ਨੇ, ਤੁਸੀਂ ਤਾਂ ਨਹੀਂ ਉਹਨਾਂ ਵਾਂਗ ਹਵਾ 'ਚ ਹੀ ਆਪਣੀਆਂ ਗੱਲਾਂ ਮਾਰ ਰਹੇ, ਕਿਉਂਕਿ ਕਿਸੇ ਨੇ ਦਿਖਾਇਆ ਨਹੀਂ ਹਜੇ ਤੱਕ ਕੋਈ ਵੀਜ਼ਾ ਆ ਗਿਆ। ਦੇਖੋ ਕਹਿਣ ਦੇ ਵਿੱਚ ਦਿਖਾਉਣ 'ਚ ਫਰਕ ਹੈ। ਅਗਰ ਆਪਾਂ ਇਸ ਚੀਜ਼ ਨੂੰ ਕਹਿ ਰਹੇ ਇਸ ਮੰਚ ਇੰਨੇ ਵੱਡੇ ਮੰਚ 'ਤੇ ਕਹਿ ਰਹੇ ਤਾਂ 100% ਸਾਡੇ ਰਿਜ਼ਲਟ ਵੀ ਆਏ ਆ, ਔਰ ਆਪਾਂ ਦਿਖਾਉਣ ਨੂੰ ਵੀ ਦਿਖਾ ਵੀ ਦਾਂਗੇ ਕਿ ਹਾਂ ਵੀ ਸਟੂਡੈਂਟ ਨੂੰ ਕਿ ਹਾਂਜੀ ਦੇਖੋ ਸਾਡੇ ਰਿਜ਼ਲਟ ਆਏ ਆ। ਯੂਨੀਵਰਸਿਟੀ ਨੇ ਕੈਸ਼ ਲੈਟਰ ਰਿਲੀਜ਼ ਕਰਤਾ, ਆਸਟ੍ਰੇਲੀਆ ਨੇ ਵੀਜ਼ੇ ਗ੍ਰਾਂਟ ਕਰਤੇ, ਜਾਂ ਕੈਨੇਡਾ ਐਮਬੈਸੀ ਦੀ ਰਿਕੁਆਇਰਮੈਂਟਸ ਆਉਣ ਲੱਗ ਗਿਆ, ਤਾਂ ਰਿਜ਼ਲਟ ਆਣੇ ਵੀ ਸ਼ੁਰੂ ਹੋ ਗਏ ਨਾਲ ਨਾਲ ਬਾਕੀ ਕਈ ਕੰਟਰੀ। ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਇਸ ਸਮੇਂ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵੀਜ਼ੇ ਆਣੇ ਸ਼ੁਰੂ ਹੋ ਗਏ ਨੇ, ਕੈਸ਼ ਲੈਟਰ ਆਣੀ ਸ਼ੁਰੂ ਹੋ ਗਈ ਹੈ? ਬਿਲਕੁਲ, ਤੁਹਾਨੂੰ ਮੈਂ ਅਗਰ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੀ ਗੱਲ ਕਰੀਏ, ਇਹ ਸਾਡੇ 2 ਜਿਹੜੇ ਵੀਜ਼ੇ ਹੈ ਗ੍ਰਾਂਟ ਹੋਏ ਆਸਟ੍ਰੇਲੀਆ ਦੇ। ਜਿਹੜੇ ਸਟੂਡੈਂਟ ਕੈਨੇਡਾ ਦੀ ਗੱਲ ਕਰੋ, ਕੈਨੇਡਾ ਹਾਈ ਕਮਿਸ਼ਨ ਤੋਂ ਸਟੂਡੈਂਟ ਦੀ ਰਿਕੁਆਇਰਮੈਂਟਸ ਆਉਣ ਲੱਗ ਗਈਆਂ ਕਿ ਤੁਸੀਂ ਆਪਣੀ ਡੈਫਰ ਲੈਟਰ ਦਿਓ ਤੇ ਨਾਲ ਆਪਣੇ ਡਾਕੂਮੈਂਟ ਸਬਮਿਟ ਕਰੋ। ਔਰ ਅਗਰ ਆਪਾਂ ਯੂਕੇ ਦੀ ਗੱਲ ਕਰੋ ਤਾਂ ਯੂਕੇ ਦਾ ਸਾਨੂੰ ਕੈਸ਼ ਲੈਟਰ ਆ ਗਿਆ। ਤਾਂ ਇਹ ਜਿਹੜੇ ਚੀਜ਼ ਹੈ ਇਹ ਕਲੀਅਰ ਕੱਟ ਕਹਿ ਰਹੀ ਹੈ ਕਿ ਸਾਡੇ ਕੋਲ ਚੀਜ਼ਾਂ ਆ ਗਈਆਂ। ਇਹ ਨਹੀਂ ਕਿ ਮੈਂ ਟੀਵੀ ਤੇ ਜਾਂ ਕਿਸੇ ਆਪਣੇ ਫੇਸਬੁੱਕ ਲਾਈਵ ਸੈਸ਼ਨ ਤੇ ਗੱਲ ਕਹਿ ਦਵਾਂ ਦੇਖੋ ਜੀ ਮੇਰੇ ਰਿਜ਼ਲਟ ਆ ਗਏ ਆ ਜੀ, ਮੈਂ ਤੁਹਾਨੂੰ ਬਹੁਤ ਜਲਦੀ ਦਿਖਾਊਂਗਾ। ਤਾਂ ਦਿਖਾਣਾ ਨਹੀਂ, ਆਪਾਂ ਦਿਖਾ ਕੇ ਦੱਸਤਾ ਕਿ ਸਾਡੇ ਆਸਟ੍ਰੇਲੀਆ ਦੇ ਵੀਜ਼ੇ ਵੀ ਆ ਗਏ, ਯੂਕੇ ਦੇ ਜਿਹੜੀ ਫਾਈਲਾਂ ਲੱਗੀਆਂ ਸੀ ਉਹਨਾਂ ਦੇ ਕੈਸ਼ ਲੈਟਰ ਰਿਲੀਜ਼ ਹੋਣ ਲੱਗ ਗਏ, ਪਲੱਸ ਕੈਨੇਡੀਅਨ ਹਾਈ ਕਮਿਸ਼ਨ ਨੇ ਜਿਹੜੀਆਂ ਫਾਈਲਾਂ ਸਬਮਿਟ ਸੀ ਉਹਨਾਂ ਦੀ ਹੁਣ ਉਹ ਰਿਜ਼ਲਟ ਜਿਹੜੀਆਂ ਡਾਕੂਮੈਂਟੇਸ਼ਨ ਪਾਰਟ ਉਹ ਕੰਪਲੀਟ ਮੰਗਣ ਲੱਗ ਗਈ। ਫਿਰ ਜਿਹੜੇ ਏਜੰਟਸ ਦਾਅਵਾ ਕਰ ਰਹੇ ਨੇ ਕਿ ਕੈਨੇਡਾ ਦੇ ਵੀਜ਼ੇ ਆ ਗਏ ਨੇ, ਉਹਨਾਂ ਕੋਲ ਉਹ ਕਿਸ ਤਰ੍ਹਾਂ ਆ ਰਹੇ ਨੇ? ਫਿਰ ਦੇਖੋ ਅਗਰ ਵੀਜ਼ਾ ਆ ਰਿਹਾ ਹੁੰਦਾ ਫਿਲਹਾਲ ਦੀ ਘੜੀ ਮੈਨੂੰ, ਕਿਉਂਕਿ ਆਪਾਂ ਫੇਸਬੁੱਕ ਇੱਦਾਂ ਦਾ ਮਾਧਿਅਮ ਹੈ, ਸੋਸ਼ਲ ਮੀਡੀਆ ਇੱਦਾਂ ਦਾ ਪਲੇਟਫਾਰਮ ਹੈ ਜਿਹਦੇ 'ਚ ਹਰ ਬੰਦਾ ਜਦੋਂ ਮਰਜ਼ੀ ਚੈੱਕ ਕਰ ਸਕਦਾ। ਹਰ ਕੰਪਨੀ ਹਰ ਏਜੰਸੀ ਦਿਨ ਦੇ ਵਿੱਚ 4 ਤੋਂ 5 ਵਾਰੀ ਆਪਣੀ ਪ੍ਰਮੋਸ਼ਨਸ ਆਪਣੇ ਫੇਸਬੁੱਕ ਪੇਜ 'ਤੇ ਪਾ ਰਹੀ ਹੈ। ਅਗਰ ਕਿਸੇ ਨੇ ਪਾਈ, ਕਿਸੇ ਨੇ ਜੋ ਇਹ ਕਹਿ ਰਿਹਾ ਕਿ ਜੋ ਮੇਰਾ ਵੀਜ਼ਾ ਆ ਗਿਆ ਹੈ, ਉਹਨਾਂ ਨੇ ਹਾਲੇ ਤੱਕ ਕਿਸੇ ਨੇ ਆਪਣੇ ਫੇਸਬੁੱਕ 'ਤੇ ਨਹੀਂ ਚੜਾਇਆ। ਔਰ ਜਦੋਂ ਫੇਸਬੁੱਕ 'ਤੇ ਕੋਈ ਚੜ੍ਹੇਗਾ ਫਿਰ ਹੀ ਆਪਾਂ ਮੰਨਾਂਗੇ, ਜਾਂ ਕੋਈ ਬੰਦਾ ਸੋਸ਼ਲ ਮੀਡੀਆ 'ਤੇ ਆ ਕੇ ਬੋਲੇਗਾ ਦੇਖੋ ਜੀ ਮੇਰੇ ਵੀਜ਼ੇ ਆਏ, ਕੋਈ ਟੀਵੀ ਚੈਨਲ ਨੂੰ ਇੰਟਰਵਿਊ ਦੇਗਾ ਤਾਂ ਉਹ ਕਹੇਗਾ ਦੇਖੋ ਮੈਂ ਹੁਣ ਤੁਹਾਡੇ ਨਾਲ ਇੰਟਰਵਿਊ ਦੇ ਰਿਹਾ ਤਾਂ ਨਾਲ ਤੁਹਾਨੂੰ ਮੈਂ ਪ੍ਰੂਫ ਵੀ ਨਾਲ ਦਿਖਾਣਾ, ਦੇਖੋ ਜੀ ਮੇਰੇ ਆਸਟ੍ਰੇਲੀਆ ਦੇ ਵੀਜ਼ੇ ਆ ਗਏ, ਮੇਰੇ ਕੋਲ ਯੂਕੇ ਦੀ ਆ ਗਈਆਂ, ਮੇਰੇ ਕੋਲ ਕੈਨੇਡਾ ਦੇ ਰਿਜ਼ਲਟ ਆ ਗਏ, ਇਹ ਮੈਂ ਤੁਹਾਨੂੰ ਪ੍ਰੂਫ ਦੇ ਨਾਲ ਦਿਖਾਇਆ। ਤਾਂ ਉਹ ਹੁਣ ਜਿਹੜੇ ਲੋਕ ਪਾ ਰਹੇ ਉਹ ਸਿਰਫ ਇੱਕ ਅਫਵਾਹ ਹੈ ਜੀ ਆ ਗਏ, ਪਰ ਹਾਲੇ ਤੱਕ ਕਿਸੇ ਨੇ ਨਹੀਂ ਪਾਇਆ। ਕਿਉਂ? ਲੋਕਡਾਊਨ ਦੌਰਾਨ ਇੱਕ ਹੋਰ ਜਿਹੜਾ ਨਵਾਂ ਜਿਹੜਾ ਸ਼ੁਰੂ ਹੋਇਆ ਸੀ ਕਿ ਡੋਲਿੰਗੋ ਟੈਸਟ ਦੇ ਨਾਲ ਹੁਣ ਤੁਸੀਂ ਬਾਹਰ ਜਾ ਸਕਦੇ ਹੋ, ਉਹ ਹੁਣ ਜਿਸ ਤਰ੍ਹਾਂ ਆਈਲੈਟਸ ਸ਼ੁਰੂ ਹੋ ਗਈ, ਆਈਲੈਟਸ ਦੇ ਨਾਲ ਉਦੋਂ ਏਜੰਟਾਂ ਨੇ ਉਹਨੂੰ ਰਿਪਲੇਸ ਕਰਤਾ ਸੀ ਵੀ ਤੁਸੀਂ ਆਈਲੈਟਸ ਦੀ ਜਗ੍ਹਾ ਹੁਣ ਡੋਲਿੰਗੋ ਕਰੋ ਅਤੇ ਕੈਨੇਡਾ ਜਾਓ। ਹੁਣ ਉਹਦਾ ਕੀ ਸਟੇਟਸ ਹੈ, ਕਿਉਂਕਿ ਆਇਲਸ ਸ਼ੁਰੂ ਹੋ ਗਈ ਹੈ, ਹਜੇ ਵੀ ਡੋਲਿੰਗੋ ਟੈਸਟ ਚੱਲ ਰਿਹਾ? ਦੇਖੋ ਸਨਮ ਜੀ, ਆਪਾਂ ਜਿਹੜੀ ਸਭ ਤੋਂ ਪਹਿਲਾਂ ਇੰਟਰਵਿਊ ਕੀਤੀ ਸੀ ਉਹ ਡੁਲਿੰਗੋ ਦੇ ਉੱਤੇ ਕੀਤੀ ਸੀ ਕਿ ਤੁਸੀਂ ਉਦੋਂ ਵੀ ਕਿਹਾ ਸੀ ਕਿ ਡੁਲਿੰਗੋ ਤੇ ਬਾਹਰ ਨਹੀਂ ਜਾ ਸਕਦਾ ਬੱਚਾ। ਅੱਜ ਇਹ ਗੱਲ ਆਪਾਂ ਅੱਜ ਤੋਂ 2-3 ਮਹੀਨੇ ਪਹਿਲਾਂ ਕਰਤੀ ਸੀ, ਪਰ ਉਦੋਂ ਮੈਨੂੰ ਵੀ ਕੋਈ ਆਕਾਸ਼ਵਾਣੀ ਨਹੀਂ ਸੀ, ਬਸ ਇਹ ਪਤਾ ਸੀ ਕੈਨੇਡੀਅਨ ਗਵਰਨਮੈਂਟ ਜਿਹੜਾ ਲਾਅ ਹੈ ਉਹ ਡੁਲਿੰਗੋ ਨੂੰ ਅਸੈਪਟ ਨਹੀਂ ਕਰੇਗਾ। ਉਹੀ ਚੀਜ਼ ਉਹਨਾਂ ਨੇ ਬੱਚਿਆਂ ਨੂੰ ਹੁਣ ਸਮਝ ਆਈ, ਔਰ ਕਈ ਬੱਚੇ ਇੱਦਾਂ ਦੇ ਜਿਨ੍ਹਾਂ ਨੇ ਡੁਲਿੰਗੋ ਵੀ ਕਰ ਲਈ, ਫਾਈਲ ਵੀ ਐਮਬੈਸੀ ਤੱਕ ਪਹੁੰਚਾਤੀ, ਤਾਂ ਜੋ ਡਰੇ ਪਏ ਸਾਡਾ ਬਣੂ, ਔਰ ਉਹਨਾਂ ਸਟੂਡੈਂਟਸ ਨੂੰ ਹੁਣ ਹਾਈ ਕਮਿਸ਼ਨ ਆਈਲੈਟਸ ਦੀ ਰਿਕੁਆਇਰਮੈਂਟ ਕਹੇਗਾ। ਨਹੀਂ ਤਾਂ ਤੁਹਾਨੂੰ ਉਸ ਸਮੇਂ ਕਿੱਦਾਂ ਪਤਾ ਸੀ ਕਿ ਡੁਲਿੰਗੋ ਨੂੰ ਕੈਨੇਡਾ ਨੇ ਅਸੈਪਟ ਨਹੀਂ ਕਰਨਾ? ਕਿਉਂਕਿ ਦੇਖੋ ਉਹਨਾਂ ਨੇ ਕਲੀਅਰ ਕੱਟ ਕਹਿਤਾ ਸੀਗਾ, ਯੂਨੀਵਰਸਿਟੀਜ਼ ਨੇ, ਕਾਲਜਿਸ ਨੇ, ਜਿਹੜੇ ਗਵਰਨਮੈਂਟ ਫੰਡਡ ਯੂਨੀਵਰਸਿਟੀਜ਼ ਆ ਉਹਨਾਂ ਨੇ ਕਲੀਅਰ ਕੱਟ ਕਰਤਾ ਸੀ ਜਿਹੜੀ ਡਿਊਲਿੰਗੋ ਦੀ ਹੈ ਉਹ ਸਿਰਫ ਔਰ ਸਿਰਫ ਆਫਰ ਲੈਟਰ ਪਰਪਸ ਹੈ, ਤੁਸੀਂ ਵੀਜ਼ਾ ਉੱਤੇ ਨਹੀਂ ਅਪਲਾਈ ਕਰ ਸਕਦੇ। ਤਾਂ ਜੋ ਚੀਜ਼ ਮੈਨੂੰ ਪਤਾ ਸੀ ਉਹ ਬਾਕੀ ਕਲਸਰ ਨੂੰ ਪਤਾ ਸੀ, ਪਰ ਹਰ ਇੱਕ ਨੇ ਉਸ ਚੀਜ਼ ਦਾ ਫਾਇਦਾ ਚੱਕਿਆ, ਕਹਿੰਦਾ ਡਿਊਲਿੰਗੋ ਤੇ ਆਫਰ ਲੈਟਰ ਮੰਗਾਓ, ਡਿਊਲਿੰਗੋ ਤੇ ਵੀਜ਼ਾ ਅਪਲਾਈ ਕਰੋ। ਬਟ ਉਹਨਾਂ ਲੋਕਾਂ ਨੇ ਕਈ ਕੁਝ ਕੰਸਲਟੈਂਟ ਦੀ ਗੱਲਾਂ ਦੇ ਵਿੱਚ ਆ ਕੇ ਡਿਊਲਿੰਗੋ ਦੀ ਤਿਆਰੀ ਵੀ ਕਰ ਲਈ, ਐਗਜ਼ਾਮ ਵੀ ਦਿੱਤਾ, ਰਿਜ਼ਲਟ ਵੀ ਲੈ ਲਿਆ, ਆਫਰ ਲੈਟਰ ਵੀ ਮੰਗਾਤੀ, ਫੀਸ ਹੀ ਭਰਤੀ। ਹੁਣ ਉਹਨਾਂ ਵਿੱਚ 2 ਤਰ੍ਹਾਂ ਦੇ ਲੋਕ ਹੈ, ਪਹਿਲੇ ਉਹ ਜਿਹੜੇ ਡਿਊਲਿੰਗੋ ਕਰਕੇ ਫੀਸ ਭਰ ਕੇ ਫਸ ਗਏ ਕਿਉਂਕਿ ਉਹਨਾਂ ਨੇ ਆਈਲੈਟਸ ਹਾਲੇ ਕਰਨੀ, ਪਤਾ ਨਹੀਂ ਕਲੀਅਰ ਹੋਏਗੀ ਕਿ ਨਹੀਂ ਹੋਏਗੀ। ਦੂਸਰੇ ਉਹ ਲੋਕ ਹੈ ਜਿਨ੍ਹਾਂ ਨੇ ਫਾਈਲਾਂ ਲਾਤੀਆਂ ਉਹ ਵੀ ਫਸ ਗਏ ਵਿਚਾਰੇ। ਤਾਂ ਕਿਤੇ ਨਾ ਕਿਤੇ ਡਿਊਲਿੰਗੋ ਦਾ ਉਹ ਯੂਨੀਵਰਸਿਟੀਜ਼ ਨੇ, ਕਿਉਂਕਿ ਯੂਨੀਵਰਸਿਟੀਜ਼ ਨੇ ਤੇ ਕਾਲਜਿਸ ਨੂੰ CIC ਵੱਲੋਂ ਪਹਿਲਾਂ ਅਪਡੇਸ਼ਨ ਆਉਂਦੀ ਸਾਡੇ ਨਾਲੋਂ, ਤਾਂ ਉਹਨਾਂ ਨੂੰ ਕਲੀਅਰ ਅਪਡੇਸ਼ਨ ਹੈ। ਉਹਨਾਂ ਨੇ ਗੱਲ ਦੱਸਤੀ, ਮੈਂ ਤੁਹਾਨੂੰ ਲਾਸਟ ਟਾਈਮ ਵੀ ਇੰਟਰਵਿਊ ਦੇ ਵਿੱਚ ਗੱਲ ਕਰ ਰਿਹਾ ਸੀ ਕਿ ਬੱਚਾ ਆਪਣੇ ID ਤੋਂ ਵੀ ਮੇਲ ਪਾ ਕੇ ਕਾਲਜ ਯੂਨੀਵਰਸਿਟੀ ਤੋਂ ਕਨਫਰਮ ਕਰ ਸਕਦਾ ਕਿ ਤੁਸੀਂ ਇਹ ਡਿਊਲਿੰਗੋ ਦਾ ਅਸੈਪਟੇਬਲ ਹੈ, ਇਹ ਮੈਂ ਵੀਜ਼ਾ ਅਪਲਾਈ ਕਰ ਸਕਦਾ। ਤਾਂ ਉਹਨਾਂ ਨੇ ਕਲੀਅਰ ਕਰਤਾ ਕਿ ਵੀਜ਼ਾ ਲਈ ਨਹੀਂ ਹੈ, ਫॉर ਆਫਰ ਲੈਟਰ ਪਰਪਸ ਹੈ। ਹੁਣ ਵੀ ਕਾਫੀ ਜਣਿਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੋ 2020 ਦੇ ਜਿਹੜੇ ਬੱਚੇ ਪਾਸ ਆਊਟ ਹੋਏ ਨੇ, ਚਾਹੇ ਉਹ +2 ਦੇ ਹੋਣ ਜਾਂ ਜੋ ਵੀ ਹੋਣ, ਵੀ ਉਹ ਆਪਣਾ ਆਫਰ ਲੈਟਰ ਮੰਗਾਣ, AIP ਲੈਣ, ਬਿਨਾਂ ਆਇਲਸ ਤੋਂ ਉਹ ਆਪਣੀ AIP ਲੈ ਸਕਦੇ ਨੇ। ਦੇਖੋ ਜਿਨ੍ਹਾਂ ਨੇ ਡਿਊਲਿੰਗੋ ਸ਼ੁਰੂ ਕੀਤਾ
ਉਹਨਾਂ ਨੇ ਹੁਣ ਵਿਦਆਊਟ ਆਈਲੈਟਸ ਵੀ ਸ਼ੁਰੂ ਕਰਤਾ। ਹੁਣ ਇਹਦੀ ਸਮਝਣ ਵਾਲੀ ਗੱਲ ਕੀ ਹੈ, ਜਿਹੜਾ 2020 ਪਾਸ ਆਊਟ ਬੱਚਾ ਹੈ ਜਿਹਨੇ 2020 ਦੇ ਵਿੱਚ ਆਪਣੀ 12ਵੀਂ ਕੀਤੀ ਹੈ, ਅੱਜ ਉਹ ਬੱਚੇ ਕੋਲੋਂ ਸਿਰਫ ਆਪਣੀ 12ਵੀਂ ਦਾ ਰਿਜ਼ਲਟ ਹੈ। ਕੰਸਲਟੈਂਟ ਕੀ ਕਹਿ ਰਿਹਾ ਕਿ ਆਪਣਾ +2 ਦਾ ਰਿਜ਼ਲਟ ਦਿਓ ਔਰ ਆਪਣੀ ਆਫਰ ਲੈਟਰ ਮੰਗਾ ਲਓ। ਉਹ ਆਫਰ ਲੈਟਰ ਕਿਸ ਦੇ ਬੇਸ ਤੇ ਮੰਗਾਓ? ਆਪਣੇ ਇੰਗਲਿਸ਼ ਦੇ ਬੇਸ ਤੇ ਮੰਗਾਓ। ਉਹ ਮੰਗਾਉਣ ਤੋਂ ਬਾਅਦ ਉਹ ਸੈਕਿੰਡ ਕੀ ਕਹਿ ਰਿਹਾ ਕਿ ਤੁਸੀਂ ਉਸ ਆਫਰ ਲੈਟਰ ਦੇ ਬੇਸ ਤੇ ਆਪਣੀ ਫੀਸ ਭਰ ਦਿਓ, ਆਪਣਾ GIC ਭਰ ਦਿਓ, ਆਪਣਾ ਮੈਡੀਕਲ ਕਰਾ ਲਓ, ਆਪਣਾ AIP ਅਪਲਾਈ ਕਰ ਦਿਓ। ਕਿਆ ਉਸ ਕੰਸਲਟੈਂਟ ਨੂੰ ਕੋਈ CIC ਵੱਲੋਂ ਨਿਊਜ਼ ਮਿਲੀ ਹੈ ਕਿ ਉਹਨਾਂ ਦਾ ਆਈਲੈਟਸ ਨਹੀਂ ਮੰਗਣਗੇ? ਜਦ ਲਾਸਟ ਵੀਕ ਅੱਜ ਤੋਂ 10 ਦਿਨ ਪਹਿਲਾਂ ਹੀ CIC ਨੇ ਵੈਬੀਨਾਰਸ ਕੀਤਾ ਸੀ, ਉਹਨਾਂ ਨੇ ਕਲੀਅਰ ਕੱਟ ਗੱਲ ਦੱਸਦੀ ਕਿ ਅਗਰ ਕਿਸੇ ਬੱਚੇ ਦਾ ਐਜੂਕੇਸ਼ਨ ਡਾਕੂਮੈਂਟ ਦੀ ਨੈਟ ਦੀ ਫੋਟੋਕਾਪੀ ਹੈ ਤਾਂ ਉਹਦੇ ਤੇ ਵੀ ਵੀਜ਼ਾ ਰਿਫਿਊਜ਼ ਕਰਾਂਗੇ। ਇਹ ਵੀ ਨਾਲ ਕਹਿਤਾ ਕਿ ਜਿਹੜਾ ਡੁਓਲਿੰਗੋ ਹੈ ਉਹ ਵੈਲਿਡ ਨਹੀਂ ਹੈ। ਇਹ ਵੀ ਕਹਿਤਾ ਕਿ ਆਪਾਂ ਨੂੰ ਆਈਲੈਟਸ PT ਜਾਂ ਟੋਫਲ ਤਿੰਨੋਂ ਹੀ ਅਸੈਪਟੇਬਲ ਹੈ। ਤਾਂ ਜਿਹੜਾ 2020 ਵਾਲਾ ਬੱਚਾ ਹੈ ਉਹਨੂੰ ਅੱਜ ਦੀ ਘੜੀ ਅਗਰ ਆਪਾਂ ਇਹ ਸੋਚੀ ਕਿ ਉਹ ਸਤੰਬਰ ਲਈ ਅਪਲਾਈ ਕਰੇ ਜਾਂ ਉਹ ਬਿਨਾਂ ਆਈਲੈਟਸ ਤੋਂ ਅਪਲਾਈ ਕਰੇ ਜਾਂ ਬਿਨਾਂ ਰਿਜ਼ਲਟ ਤੋਂ ਅਪਲਾਈ ਕਰੇ, ਬਿਨਾਂ TR ਓਰੀਜਨਲ ਡਾਕੂਮੈਂਟ ਤੋਂ ਅਪਲਾਈ ਕਰੇ, ਤਾਂ ਆਈ ਥਿੰਕ ਸਭ ਤੋਂ ਵੱਡਾ ਬੇਵਕੂਫ ਹੋਗਾ ਜਿਹੜਾ ਅਪਲਾਈ ਕਰੇਗਾ। ਤੇ ਕਿਉਂ ਫਿਰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ? ਦੇਖੋ, ਖਿਲਵਾੜ ਗਲਤ ਹੈ ਕਿ ਹਰ ਜਗ੍ਹਾ ਦੇ ਵਿੱਚ, ਹਰ ਟ੍ਰੇਡ ਵਿੱਚ ਕੁਝ ਲੋਕ ਇੱਦਾਂ ਦੇ ਹੁੰਦੇ ਜਿਨ੍ਹਾਂ ਦਾ ਸਿਰਫ ਵਪਾਰ ਕਰਨਾ ਹੀ ਮਕਸਦ ਹੈ। ਤੇ ਇਹ ਚੀਜ਼ ਹੁਣ ਬੱਚਿਆਂ ਨੂੰ ਸਮਝਣੀ ਪਏਗੀ। ਜਿਹੜੇ ਕੰਸਲਟੈਂਟ ਕਹਿ ਰਹੇ ਹੈ ਕਿ ਤੁਸੀਂ ਬਿਨਾਂ ਆਈਲੈਟਸ ਤੋਂ ਅਪਲਾਈ ਕਰੋ, ਤੁਸੀਂ ਉਹਨਾਂ ਕੰਸਲਟੈਂਟ ਦੀ ਬੈਕ ਦੀਆਂ ਕੁਝ ਪੁਰਾਣੀਆਂ ਵੀਡੀਓਜ਼, ਕੁਝ ਪੁਰਾਣੀਆਂ ਇੰਟਰਵਿਊਜ਼ ਤੁਸੀਂ ਚੈੱਕ ਕਰੋ। ਉਹਨਾਂ ਕੰਸਲਟੈਂਟ ਨੇ ਹੀ ਕਿਹਾ ਸੀਗਾ ਕਿ ਤੁਸੀਂ ਡੁਓਲਿੰਗੋ ਤੇ ਜਾਏ, ਉਹਨਾਂ ਕੰਸਲਟੈਂਟ ਨੇ ਹੀ ਕਿਹਾ ਸੀ ਬਿਨਾਂ ਆਈਲੈਟਸ ਤੋਂ। ਅੱਜ ਫਿਰ ਤੋਂ ਦੁਬਾਰਾ ਉਹੀ ਕੰਸਲਟੈਂਟ ਆਹਿਸਤਾ ਸ਼ੁਰੂ ਕਰਨ ਲੱਗੇ ਕਿ ਤੁਸੀਂ ਆਈਲੈਟਸ ਕਰ ਲਓ, 5 ਬੈਂਡ ਲਿਆਓ, 5.5 ਬੈਂਡ ਲਿਆਓ। ਤਾਂ ਉਹ ਸਿਰਫ ਉਹਨਾਂ ਦਾ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਦਾ, ਆਪਣੇ ਕੋਲ ਬੁਲਾਉਣ ਦਾ ਤਰੀਕਾ ਹੈ ਬਸ। ਤੇ ਜੇ ਆਪਾਂ ਗੱਲ ਕਰੀਏ ਤਾਂ ਪੈਕੇਜ ਸਿਸਟਮ ਅੱਜ ਕੱਲ੍ਹ ਬਹੁਤ ਚੱਲ ਰਿਹਾ ਕਿ ਤੁਸੀਂ ਇੰਨੇ ਲੱਖ ਦਿਓ ਤੇ ਇੰਨੇ 'ਚ ਤੁਸੀਂ ਬਾਹਰ ਚਲ ਜਾਓਗੇ, ਤੁਹਾਡੀ ਇਸ ਦੇ ਵਿੱਚ ਫੀਸ ਹੈ, ਤੁਹਾਡੀ ਐਮਬੈਸੀ ਫੀਸ ਹੈ, ਸਾਰਾ ਕੁਛ। ਇਹ ਪੈਕੇਜ ਸਿਸਟਮ ਕੀ ਹੈ? ਦੇਖੋ, ਪੈਕੇਜ ਸਿਸਟਮ ਕੀ ਹੈ ਕਿ ਕੋਈ ਵੀ ਕੰਸਲਟੈਂਟ, ਕੋਈ ਵੀ ਫਾਈਨੈਂਸਰ ਇਹ ਕਹਿ ਦਿੰਦਾ ਹੈ ਜੀ ਠੀਕ ਹੈ ਜੀ, ਤੁਸੀਂ ਜਿਹੜੀ ਟਿਊਸ਼ਨ ਫੀਸ ਆ ਉਹ ਨਾ ਭਰੋ ਅਤੇ ਮੈਨੂੰ ਤੁਸੀਂ ਪੈਸੇ ਮੇਰੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ। ਉਹਦੇ ਵਿੱਚ ਵੀ ਸਟੂਡੈਂਟ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਦੇਖੋ, ਜਿਹੜਾ ਕੰਸਲਟੈਂਟ ਤੁਹਾਨੂੰ ਕਹਿ ਰਿਹਾ ਹੈ ਕਿ ਪੈਕੇਜ ਕਰੋ, ਤਾਂ ਇੱਕ ਸਵਾਲ ਹੈ, ਮੰਨ ਲਓ ਕਿਸੇ ਕੰਸਲਟੈਂਟ ਨੇ ਬੱਚੇ ਨੂੰ ਕਹਿ ਦਿੱਤਾ ਮੈਂ 10 ਲੱਖ ਰੁਪਏ ਤੇਰੇ ਤੋਂ ਲਊਂਗਾ, ਉਹ 10 ਲੱਖ ਹੀ ਤੇਰੀ ਮੈਂ ਫੀਸ ਭਰੂੰਗਾ, ਮੈਂ ਤੇਰੀ ਇੰਸ਼ੋਰੈਂਸ ਭਰੂੰਗਾ, ਮੈਂ ਤੇਰਾ ਮੈਡੀਕਲ ਕਰਾਊਂਗਾ ਅਤੇ ਮੈਂ ਤੇਰੀ ਐਮਬੈਸੀ ਫੀਸ ਲਊਂਗਾ। ਉਹ 10 ਲੱਖ ਤੋਂ ਮੈਨੂੰ ਵੀਜ਼ੇ ਤੋਂ ਬਾਅਦ ਦੇ। ਇਹ ਨੋਰਮਲੀ ਬੱਚਾ ਜਾਂਦਾ ਹੈ। ਬੱਚਾ ਉਹਦੀ ਗੱਲ ਨੂੰ ਸੁਣਦਾ ਹੈ, ਘਰੇ ਆਉਂਦਾ ਹੈ, ਮਾਂ ਬਾਪ ਨੂੰ ਦੱਸਦਾ ਕਿ ਮੇਰੇ ਕੋਲ 10 ਲੱਖ ਰੁਪਏ ਲੈ ਰਿਹਾ ਔਰ ਮੇਰੇ ਤੋਂ ਪੈਸੇ ਬਾਅਦ 'ਚ ਲੈ ਰਿਹਾ। ਮਾਂ ਬਾਪ ਉਸ ਗੱਲ ਨੂੰ ਮੰਨ ਜਾਂਦੇ ਹੈ, ਉੱਥੇ ਕੰਸਲਟੈਂਟ ਕੋਲ ਜਾਂਦੇ ਹੈ, ਵੀਜ਼ਾ ਅਪਲਾਈ ਕਰਦੇ ਹੈ, ਵੀਜ਼ਾ ਆ ਜਾਂਦਾ ਹੈ, ਬੱਚਾ ਆਪਣੇ ਜਿਹੜੇ ਦੇਸ਼ ਜਾਣਾ ਚਾਹੁੰਦਾ ਉਸ ਦੇਸ਼ ਪਹੁੰਚਦਾ ਹੈ। ਉੱਥੇ ਜਾ ਕੇ ਪਤਾ ਚੱਲਦਾ ਕਿ ਜਿਹੜਾ ਉਹਦਾ 10 ਲੱਖ ਰੁਪਏ ਪੈਕੇਜ ਸੀਗਾ ਉਹਦੇ ਵਿੱਚ ਉਹ ਬੱਚੇ ਨੇ ਸਿਰਫ 2 ਲੱਖ ਹੀ ਏਜੰਟ ਨੇ ਭਰਿਆ। ਇਹਦੇ ਵਿੱਚ ਹੁਣ ਸਮਝਦਾਰੀ ਕਹਿ ਦਿਓ ਜਾਂ ਬੇਵਕੂਫੀ ਕਹਿ ਦਿਓ ਕਿ ਬੱਚੇ ਨੇ ਜਦੋਂ ਕੰਸਲਟੈਂਟ ਕੋਲ ਗਿਆ ਸੀ, ਕਿਆ ਉਹਨੇ ਪੁੱਛਿਆ ਸਵਾਲ ਕਿ ਮੇਰੇ ਇਹ 10 ਲੱਖ ਦੀ ਤੁਸੀਂ ਕਿੰਨੀ ਫੀਸ ਭਰੋਗੇ? ਇਹ 10 ਲੱਖ ਦੀ ਜਿਹੜੀ ਫੀਸ ਭਰੂ, ਕਿੰਨੇ ਪੈਸੇ, ਕਿੰਨੇ ਮਹੀਨੇ ਦੀ ਫੀਸ ਹੈ? ਅਤੇ ਉਹ ਚੀਜ਼ ਬੱਚਾ ਨਹੀਂ ਪੁੱਛਦਾ। ਹੁਣ TV 'ਤੇ ਐਡ ਆ ਰਹੀ ਹੈ ਜੀ 7 ਲੱਖ ਰੁਪਏ 'ਚ UK ਜਾਓ, 2,50,000 ਰੁਪਏ 'ਚ UK ਜਾਓ, 3.5 ਲੱਖ 'ਚ ਕੈਨੇਡਾ ਜਾਓ। ਉਸਦੇ ਬਾਕੀ ਚੀਜ਼ਾਂ ਕੌਣ ਕਰੇਗਾ? ਤਾਂ ਜਿਹੜੀ ਪੈਕੇਜ ਸਿਸਟਮ ਹੈ ਉਹ ਕਿਤੇ ਨਾ ਕਿਤੇ ਸਹੀ ਹੈ, ਪਰ ਅਗਰ ਬੱਚਾ ਸਹੀ ਤਰ੍ਹਾਂ ਉਸ ਚੀਜ਼ ਨੂੰ ਅਡੋਪਟ ਕਰੇ ਤਾਂ। ਨਹੀਂ, ਪੈਕੇਜ ਸਿਸਟਮ ਤਾਂ ਉਹਨਾਂ ਵਾਸਤੇ ਹੈ ਨਾ ਵੀ ਜਿੰਨੇ ਬੱਚਿਆਂ ਨੂੰ ਲੱਗਦਾ ਵੀ ਸਾਡਾ ਵੀਜ਼ਾ ਨਾ ਲੱਗੇ, ਜਿਨ੍ਹਾਂ ਦੇ ਗੈਪ ਹੋਵੇ ਜ਼ਿਆਦਾ, ਮਾਰਕਸ ਨਾ ਪੂਰੇ ਹੋਣ, ਉਹਨਾਂ ਵਾਸਤੇ ਪੈਕੇਜ ਸਿਸਟਮ। ਜੇ ਕਿਸੇ ਬੱਚੇ ਦੇ ਮਾਰਕਸ ਵੀ ਪੂਰੇ ਨੇ, ਉਹਦਾ ਗੈਪ ਵੀ ਪ੍ਰੋਪਰ ਹੈ, ਸਾਰਾ ਕੁਝ ਵੈਲਿਡ ਆ, ਉਹਨੂੰ ਫਿਰ ਪੈਕੇਜ ਸਿਸਟਮ ਦੀ ਕੀ ਲੋੜ ਹੈ? ਕਿ ਜੇਕਰ ਤਾਂ ਉਹਦੇ ਡਾਕੂਮੈਂਟਸ ਪੂਰੇ ਨੇ ਫਿਰ ਤਾਂ ਉਹਦਾ ਵੀਜ਼ਾ ਲੱਗ ਹੀ ਜਾਣਾ। ਦੇਖੋ, ਵੀਜ਼ਾ ਕਈ ਵਾਰੀ ਚੰਗੇ ਪ੍ਰੋਫਾਈਲ ਦਾ ਵੀ ਲੱਗਦਾ ਔਰ ਕਈ ਵਾਰੀ ਮਾੜੇ ਪ੍ਰੋਫਾਈਲ ਦਾ ਲੱਗ ਜਾਂਦਾ। ਜਿਹੜਾ ਪੈਕੇਜ ਸਿਸਟਮ ਹੈ, ਅਗਰ ਮੇਰੀ ਆਪਣੀ ਪੁੱਛੂਗੇ ਤਾਂ ਮੈਂ ਤਾਂ ਇਹ ਕਹੂੰਗਾ ਜਿਹੜਾ ਬੱਚੇ ਦੇ ਨੰਬਰ ਚੰਗੇ ਹੈ, ਜਿੰਦੇ ਆਈਲੈਟਸ 'ਚੋਂ ਬੈਂਡ ਚੰਗੇ ਹੈ, ਜਿੰਦਾ ਪੜ੍ਹਾਈ ਵਿੱਚ ਗੈਪ ਨਹੀਂ ਹੈ, ਜਿੰਦਾ ਵੀਜ਼ਾ ਨਹੀਂ ਰਿਫਿਊਜ਼ ਹੋਇਆ, ਉਹਨੂੰ ਪੈਕੇਜ ਸਿਸਟਮ 'ਤੇ ਨਹੀਂ ਜਾਣਾ ਚਾਹੀਦਾ। ਪੈਕੇਜ ਸਿਸਟਮ ਕਿਹਨਾਂ ਲਈ ਹੈ? ਬੱਚਾ ਕਹਿੰਦਾ ਜੀ ਮੈਂ ਆਲਰੇਡੀ 4 ਵਾਰ ਵੀਜ਼ਾ ਰਿਫਿਊਜ਼ ਹੋ ਗਿਆ, ਜਦੋਂ ਫੀਸ ਭਰੀ ਮੇਰਾ 1.5 ਲੱਖ ਰੁਪਏ ਕੱਟ ਕੇ ਵਾਪਸ ਆਇਆ, ਅਤੇ ਮਾਂ ਬਾਪ ਕਹਿੰਦੇ ਮੇਰਾ ਬੱਚਾ ਬਾਹਰ ਵੀ ਨਹੀਂ ਗਿਆ ਅਤੇ 4 ਤੋਂ 5 ਲੱਖ ਰੁਪਏ ਨੁਕਸਾਨ ਹੋ ਗਿਆ। ਉਹਦੇ ਵਿੱਚ ਵੀ ਕੰਸਲਟੈਂਟ ਉਹਨੂੰ ਕਹਿ ਦੇਵੇ ਕਿ ਠੀਕ ਹੈ ਜੀ, ਤੁਸੀਂ ਕੰਮ ਕਰੋ, ਜਿਹੜਾ ਤੁਹਾਡਾ ਖਰਚਾ ਹੈ ਉਹ ਤੁਸੀਂ ਮੈਨੂੰ ਵੀਜ਼ਾ ਲੱਗਣ ਤੋਂ ਬਾਅਦ ਦੇਣਾ। ਤੁਹਾਡਾ ਖਰਚਾ 10 ਲੱਖ ਹੁੰਦਾ, ਮੈਂ ਤੁਹਾਡੇ ਤੋਂ 11 ਲੱਖ 12 ਲੱਖ ਰੁਪਏ ਲੈ ਲਾਂਗਾ ਉਹ ਵੀਜ਼ੇ ਤੋਂ ਬਾਅਦ। ਉਹ ਤਾਂ ਗੱਲ ਸਮਝ ਆਉਂਦੀ ਹੈ। ਹੁਣ ਜਿਸ ਚੀਜ਼ ਦੀ ਕੰਸਲਟੈਂਟ ਇਹ ਕਵੇ
ਕਿ ਜੀ ਤੁਹਾਡਾ ਖਰਚਾ ਹੈਗਾ 10 ਲੱਖ ਰੁਪਏ, ਮੈਂ ਤੁਹਾਡੇ ਕੋਲ ਲੈਣਾ 22 ਲੱਖ ਰੁਪਇਆ, ਤਾਂ ਆਈ ਥਿੰਕ ਸੋ ਪੈਕੇਜ ਕਰਨਾ ਬੇਵਕੂਫੀ ਹੈ। ਪੈਕੇਜ ਇੱਕ ਲਿਮਿਟ ਦਾ, ਇੱਕ ਸਿਸਟਮ ਵਾਈਜ਼ ਵਧੀਆ ਲੱਗਦਾ ਹੈ, ਪਰ ਹਰ ਇੱਕ ਨੂੰ ਆਪਾਂ ਚੰਗੇ ਮਾੜੇ ਨੂੰ ਹਰ ਇੱਕ ਨੂੰ ਪੈਕੇਜ ਕਹਿਣ ਲੱਗ ਜਾਈਏ ਤਾਂ ਉਹ ਗਲਤ ਹੈ। ਤੇ ਅਖੀਰ ਵਿੱਚ ਤੁਸੀਂ ਕੀ ਹੁਣ ਸਟੂਡੈਂਟਸ ਨੂੰ ਤੁਸੀਂ ਤੇ ਉਹਨਾਂ ਦੇ ਮਾਪਿਆਂ ਨੂੰ ਸੰਦੇਸ਼ ਦਿਓਗੇ? ਦੇਖੋ ਸਟੂਡੈਂਟ ਨੂੰ ਤਾਂ ਬਸ ਇੱਕ ਹੀ ਸੰਦੇਸ਼ ਹੈ, ਤੁਸੀਂ ਜੋ ਵੀ ਚੀਜ਼ ਕਰੋ ਹਰ ਚੀਜ਼ ਨੂੰ ਕ੍ਰਾਸ ਚੈੱਕ ਕਰਕੇ ਕਰੋ। ਹਰ ਵਾਰੀ ਹਰ ਚੀਜ਼ ਜੋ ਟੀਵੀ ਤੇ ਦਿਖਦੀ ਆ ਆਪਾਂ ਨੂੰ ਉਹਦੇ ਉੱਤੇ ਨਾ ਦੇਖ ਕੇ ਪਹਿਲਾਂ ਆਪਣੇ ਉੱਤੇ ਦੇਖੋ। ਅਗਰ ਕਿਸੇ ਨੇ ਕੈਨੇਡਾ ਦਾ ਅਪਲਾਈ ਕਰਨਾ ਹੈ ਤਾਂ ਕੈਨੇਡਾ ਦਾ ਉਹ ਅਪਲਾਈ ਕਰੇ, ਪਰ ਇਹ ਦੇਖੇ ਕਿ ਜਿਹੜੀ CIC ਦਾ ਪਟੀਸ਼ਨ ਹੈ ਉਹ ਕੀ ਕਹਿ ਰਿਹਾ, ਕਿਆ ਉਹਨੂੰ ਆਈਲੈਟਸ ਤੋਂ ਬਿਨਾਂ ਅਪਲਾਈ ਕਰਨਾ ਚਾਹੀਦਾ। ਤੇ UK ਦੀ ਗੱਲ ਕਰੋ, UK ਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਆ, ਆਸਟ੍ਰੇਲੀਆ ਦੇ ਵੀ ਰਿਜ਼ਲਟ ਆ ਰਹੇ ਆ। ਬਟ ਸਭ ਤੋਂ ਇੰਪੋਰਟੈਂਟ ਗੱਲ, ਜਿਹੜੇ ਬੱਚੇ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਆ ਉਹ ਇਹ ਚੀਜ਼ ਨੂੰ ਮਾਈਂਡ ਵਿੱਚ ਰੱਖਣਾ ਕਿ ਜਦੋਂ ਵੀ ਤੁਸੀਂ ਆਪਣੀ ਵੀਜ਼ਾ ਅਪਲਾਈ ਕਰਨਾ ਹੈ ਤਾਂ ਉਹਦੇ ਵਿੱਚ ਇੱਕ ਚੀਜ਼ ਜ਼ਰੂਰ ਕ੍ਰਾਸ ਚੈੱਕ ਕਰਨਾ, ਜਿਹੜਾ 2 ਸਟੇਜ ਪ੍ਰੋਸੈਸ ਹੈ ਉਹਦੇ ਵਿੱਚ ਅਗਰ ਬੱਚੇ ਦਾ ਫਸਟ ਸਟੇਜ ਅਪਰੂਵਡ ਹੋ ਜਾਏ, ਸੈਕਿੰਡ ਸਟੇਜ ਕਿਸੇ ਰੀਜ਼ਨ ਤੋਂ ਨਹੀਂ ਅਪਰੂਵਡ ਹੋਏ, ਕਿਆ ਕਾਲਜ ਉਹਨੂੰ ਫੀਸ ਰਿਫੰਡ ਕਰਦਾ? ਕਿਉਂਕਿ ਇਹ ਇੱਕ ਬਹੁਤ ਵੱਡਾ ਸਵਾਲ ਹੈ। ਹੁਣ ਤੱਕ ਕੀ ਹੈ, 15 ਤੋਂ 20 ਕਾਲਜਿਸ ਯੂਨੀਵਰਸਿਟੀ ਇਸ ਤਰ੍ਹਾਂ ਜਿਨ੍ਹਾਂ ਨੇ ਇਹ ਗੱਲ ਕਲੀਅਰ ਕਰਤੀ ਕਿ ਜਿਹੜੀ ਤੁਸੀਂ ਫੀਸ ਅਗਰ ਸਾਨੂੰ ਪੇ ਕਰੋਗੇ ਔਰ ਸਾਡਾ AIP ਆ ਜਾਂਦਾ ਹੈ, ਤੁਸੀਂ ਔਨਲਾਈਨ ਰਜਿਸਟਰ ਵੀ ਕਰ ਲੈਂਦੇ ਹੋ, ਡਿਊ ਟੂ ਸਮ ਰੀਜ਼ਨ, ਮੈਡੀਕਲ ਰੀਜ਼ਨ, ਬਾਇਓਮੈਟ੍ਰਿਕਸ ਰੀਜ਼ਨ ਜਾਂ PCC ਰੀਜ਼ਨ ਤੁਹਾਡਾ ਸਟੇਜ 2 ਅਪਰੂਵਡ ਨਹੀਂ ਹੁੰਦਾ, ਤੁਹਾਡੇ ਐਡਮਿਨਿਸਟ੍ਰੇਸ਼ਨ ਚਾਰਜਿਸ ਕੱਟ ਕੇ ਬਾਕੀ ਫੀਸ ਪੂਰੀ ਵਾਪਸ ਕਰਾਂਗੇ। ਇਹ ਕੁਝ ਕਾਲਜ ਯੂਨੀਵਰਸਿਟੀ ਨੇ ਕਿਹਾ। ਹੁਣ ਇਸ ਦੀ ਵੀ ਕੈਡ ਚੱਲ ਰਹੀ ਹੈ ਜੀ TV ਤੇ ਕਿ ਕੈਨੇਡਾ ਕਾਲਜ ਨੇ ਕਹਿ ਦਿੱਤਾ ਸਾਰਿਆਂ ਨੇ ਕਿ ਤੁਹਾਡੇ ਪੈਸੇ ਵਾਪਸ ਦੇਵਾਂਗੇ। ਨਹੀਂ, ਕੁਝ ਕਾਲਜ ਨੇ, 15 ਤੋਂ 20 ਕਾਲਜ ਯੂਨੀਵਰਸਿਟੀਜ਼ ਦੀ ਲਿਸਟ ਹੈ, ਉਹ ਆਪਾਂ ਆਲਰੇਡੀ ਆਪਣੇ ਫੇਸਬੁੱਕ ਪੇਜ 'ਤੇ ਪਾਈ ਹੋਈ ਹੈ। ਕਿਹੜੇ ਕਾਲਜ ਯੂਨੀਵਰਸਿਟੀ ਨੇ ਕਿਹਾ ਜਿਹੜੇ ਪੈਸੇ ਕੱਟਣਗੇ, ਕਿਹੜਾ ਨੇ ਕਿਹਾ ਨਹੀਂ ਸਾਰੇ ਨਾਨ ਰਿਫੰਡੇਬਲ। ਮਤਲਬ ਇੱਥੇ ਸਟੂਡੈਂਟਸ ਤੇ ਉਹਨਾਂ ਦੇ ਮਾਪਿਆਂ ਨੂੰ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਫੇਰ ਹੀ ਅੱਗੇ ਕਦਮ ਚੱਕਣ ਦੀ ਲੋੜ ਹੈ, ਕਿਉਂਕਿ ਇਸ ਸਮੇਂ ਕਾਫੀ ਜਿਹੜੇ ਏਜੰਟਸ ਨੇ ਉਹਨਾਂ ਦਾ ਗਲਤ ਮਤਲਬ ਇਸਤੇਮਾਲ ਕਰਕੇ ਉਹਨਾਂ ਤੋਂ ਪੈਸੇ ਲੈਣ ਦਾ ਕੰਮ ਕਰ ਰਹੇ ਨੇ। ਦੇਖੋ ਜਿਹੜੇ ਚੀਜ਼ਾਂ ਸੁੱਤੀਆਂ ਪਈਆਂ ਸੀ ਹੁਣ ਐਕਟਿਵ ਹੋ ਗਈਆਂ, ਤਾਂ ਜਿਹੜੇ ਕਲਸਨ ਦੀ ਹੁਣ ਦੁਕਾਨਾਂ ਸੀਗੀਆਂ, ਠੀਕ ਹੈ ਜੀ ਪੈਸੇ ਕਮਾਉਣ ਦਾ ਹੁਣ ਸਮਾਂ ਆ ਗਿਆ, ਉਹ ਹੁਣ ਆਪਾਂ ਨੂੰ ਮਾਂ-ਬਾਪ ਨੂੰ ਸਮਝਣਾ ਪਏਗਾ, ਬੱਚੇ ਨੂੰ ਸਮਝਣਾ ਪਏਗਾ ਕਿ ਜਿਹੜੀ ਕੰਪਨੀ ਕੋ ਮੈਂ ਕੇਸ ਲਗਵਾ ਰਿਹਾ ਉਹ ਕੰਪਨੀ ਦੀ ਕਿੱਦਾਂ ਦੀ ਰੈਪੂਟੇਸ਼ਨ ਹੈ, ਕਿੰਨੇ ਟਾਈਮ ਤੋਂ ਕੰਪਨੀ ਵੀਜ਼ੇ ਕਰ ਰਹੀ ਹੈ, ਕਿਹੜੀ ਕੰਟਰੀ ਲਈ ਉਹ ਮਾਹਿਰ ਹੈ ਔਰ ਉਹਨਾਂ ਨੇ ਹੁਣ ਤੱਕ ਕਿੱਦਾਂ ਦੇ ਰਿਜ਼ਲਟ ਲੋਕਾਂ ਨੂੰ ਡਿਲੀਵਰ ਕੀਤੇ ਹੈ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਵਿਜ਼ਨ ਗਰੁੱਪ ਤੋਂ ਹਨੀਸ਼ ਉੱਪਲ ਜੀ, ਜਿਨ੍ਹਾਂ ਨੇ ਦੱਸਿਆ ਕਿ ਕਿਹੜੀ ਕੰਟਰੀਜ਼ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ ਤੇ ਕਿਹੜੀ ਕੰਟਰੀਜ਼ ਦੇ ਵੀਜ਼ੇ ਆਉਣੇ ਸ਼ੁਰੂ ਹੋ ਗਏ। ਤੇ ਜਿਸ ਤਰ੍ਹਾਂ ਕਾਫੀ ਜਿਹੜੇ ਏਜੰਟਾਂ ਨੇ ਉਹਨਾਂ ਨੇ ਕਹਿਣਾ ਸ਼ੁਰੂ ਕਰਦਾ ਸੀ ਕਿ ਕੈਨੇਡਾ ਦੇ ਵੀਜ਼ੇ ਆ ਗਏ ਨੇ, ਪਰ ਉਹਨਾਂ ਦੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਅਸਲ ਸੱਚਾਈ ਕੀ ਹੈ ਕਿ ਹਜੇ ਰਿਜ਼ਲਟ ਆਉਣੇ ਸ਼ੁਰੂ ਹੋਏ ਨੇ, ਉਹਨਾਂ ਦੀਆਂ ਕੁਆਇਰੀਜ਼ ਆਉਣੀਆਂ ਸ਼ੁਰੂ ਹੋਈਆਂ ਨੇ, ਹਜੇ ਵੀਜ਼ੇ ਆਉਣੇ ਨਹੀਂ ਸ਼ੁਰੂ ਹੋਏ। ਤੇ ਡੋਲਿੰਗੋ ਦੇ ਨਾਮ 'ਤੇ ਵੀ ਜੇਕਰ ਕੋਈ ਤੁਹਾਨੂੰ ਗੁੰਮਰਾਹ ਕਰਦਾ ਤਾਂ ਕਿਰਪਾ ਕਰਕੇ ਉੱਤੇ ਗੁੰਮਰਾਹ ਨਾ ਹੋਵੋ। ਬਿਨਾਂ ਆਈਲੈਟਸ ਤੋਂ ਬਾਹਰ ਜਾਣਾ ਜਿਹੜੇ ਤੁਹਾਨੂੰ ਗੁੰਮਰਾਹ ਕਰਦੇ ਨੇ ਉਹਨਾਂ ਦੇ ਚੱਕਰਾਂ ਦੇ ਵਿੱਚ ਤੁਸੀਂ ਨਾ ਪੋ, ਆਪਣੇ ਤੁਸੀਂ ਪੈਸੇ ਬਰਬਾਦ ਕਰੋਗੇ। ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ, ਲੁਧਿਆਣਾ ਟਾਈਮਜ਼। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।